ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 11ਵਾਂ ਅਧਿਆਇ। ਦੋਹਰਾ। ਮੀਤਨ ਸੋ ਝਗੜਾ ਬੁਰਾ, ਬੁਰਾ ਕਸ਼ਟ ਬੁਰਾ ਦੁਸ਼ਟ ਕਾ ਸੰਗ, ਆਰ ਅਰਿਸ਼ਟ ਦੇਖਨ ਬੁਰਾ, ਤੀਨੋਂ ਤਜੋ ਕੁਟੰਗ। ਮੀਤਨ ਸੋ ਝਗੜਾ ਬੁਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਣਕੇ ਰਿਸ਼ੀ ਜੀ 11ਵਾਂ ਅਧਿਆਏ ਲਿਖਦੇ ਆ, ਜਾਂ ਗੁਰੂ ਘਰ ਦੇ 52 ਕਵੀਆਂ ਵਿੱਚੋਂ ਸੈਨਾਪਤੀ ਕਵੀ ਜੀ 11ਵੇਂ ਅਧਿਆਏ ਦਾ ਉਲੱਥਾ ਕਰਦੇ, ਅਨੁਵਾਦ ਕਰਦੇ ਹੋਏ ਆਮ ਭਾਸ਼ਾ, ਸਰਲ ਭਾਸ਼ਾ 'ਚ ਅਨੁਵਾਦ ਕਰਕੇ ਲਿਖ ਰਹੇ ਆ। ਆਓ ਆਪਾਂ 11ਵਾਂ ਅਧਿਆਏ ਪੜ੍ਹੀਏ। 11ਵਾਂ ਅਧਿਆਏ ਦੋਹਰਾ। ਮੀਤਨ ਸੋ ਝਗੜਾ ਬੁਰਾ। ਚਾਣਕੇ ਰਿਸ਼ੀ ਜੀ ਸਿੱਖਿਆ ਦੇ ਰਹੇ ਬੜੀ ਵੱਡੀ। 3 ਚੀਜ਼ਾਂ ਨੂੰ ਖੋਟੇ ਢੰਗਾਂ ਨੂੰ ਛੱਡਣ ਵਾਸਤੇ ਉਹ ਕਿਹੜੇ 3 ਮਾੜੇ ਢੰਗ ਆ, ਤਰੀਕੇ ਆ, ਉਹਦੇ ਬਾਰੇ ਕਹਿ ਰਹੇ ਆ। ਕਹਿੰਦੇ ਵੀ ਮਿੱਤਰਾਂ ਨਾਲ ਜਿਹੜਾ ਝਗੜਾ ਕਰਨਾ, ਇਹ ਤੇ ਬਹੁਤ ਹੀ ਬੁਰਾ ਮਾੜਾ ਆ। ਮਿੱਤਰ ਨਾਲ ਝਗੜਾ ਨਹੀਂ ਕਰਨਾ ਚਾਹੀਦਾ। ਬੁਰਾ ਦੁਸ਼ਟ ਕਾ ਸੰਗ, ਤੇ ਜਿਹੜਾ ਭੈੜਾ ਆਦਮੀ ਆ, ਦੁਸ਼ਟ ਆਦਮੀ ਆ, ਤੇ ਬੜਾ ਬੁਰਾ ਵਾ, ਮਾੜਾ ਵਾ, ਉਹਦਾ ਜਿਹੜਾ ਸੰਗ ਕਰਨਾ ਉਹ ਵੀ ਬੜਾ ਬੁਰਾ ਆ। ਭੈੜੇ ਆਦਮੀ ਦਾ ਸਾਥ ਕਰਨਾ ਬੜਾ ਬੁਰਾ ਵਾ, ਚੰਗੀ ਗੱਲ ਨਹੀਂ ਆ, ਨਹੀਂ ਕਰਨਾ ਚਾਹੀਦਾ। ਔਰ ਅਰਿਸ਼ਟ ਦੇਖਣ ਬੁਰਾ, ਅਤੇ ਅਰਿਸ਼ਟ ਹੁੰਦਾ ਵਾ ਖੋਟਾ ਕਰਮ। ਹਾਂਜੀ, ਕੋਈ ਦੁੱਖ, ਪਾਪ, ਮੁਸੀਬਤ, ਵਿਘਨ। ਮਤਲਬ ਇੱਥੇ ਆਪਾਂ ਅਰਿਸ਼ਟ ਦਾ ਅਰਥ ਦੇ ਬੜੇ ਆ ਵੀ ਵਿਘਨ ਵੀ ਹੁੰਦਾ ਵਾ, ਮੁਸੀਬਤ ਵੀ, ਦੁੱਖ ਵੀ, ਪਾਪ ਵੀ। ਇਹ ਅਰਿਸ਼ਟ ਦੇ ਅਰਥ ਆ। ਪਰ ਇੱਥੇ ਆਪਾਂ ਲਾਉਣਾ ਵਾ ਆਰ ਅਰਿਸ਼ਟ। ਆਰ ਕਹੀਏ ਤੇ ਅਰਿਸ਼ਟ ਜਿਹੜੇ ਖੋਟੇ ਕਰਮ ਆ ਨਾ, ਪਾਪ ਕਰਨ ਵਾਲੇ ਦੀ ਪਾਪ ਕਰਿਆ, ਜੋ ਪਾਪ ਕਰਨ ਡਿਆ ਪਾਪੀ, ਉਸ ਮਾੜੇ ਕੰਮ ਵੱਲ, ਖੋਟੇ ਕੰਮ ਵੱਲ ਦੇਖਣਾ ਵੀ ਧਿਆਨ ਦੇ ਕੇ ਬੜਾ ਬੁਰਾ ਆ। ਮਤਲਬ ਜਿਵੇਂ ਅੱਜ ਕੱਲ੍ਹ ਕੋਈ ਮਾੜਾ ਕਰਨ ਡਿਆ ਤੇ ਆਪਾਂ ਬੜਾ ਧਿਆਨ ਦੇ ਕੇ ਵੇਖਦੇ ਆ, ਕਹਿੰਦੇ ਉਹ ਵੇਖਣਾ ਵੀ ਬੁਰਾ ਵਾ। ਤੀਨੋਂ ਤਜੋ ਕੁਟੰਗ। ਇਹ ਜਿਹੜੇ ਤਿੰਨੇ ਆ, ਕੁਟੰਗ ਖੋਟੇ ਢੰਗ, ਖੋਟੀਆਂ ਚਾਲਾਂ, ਇਹ ਤਜੋ ਭਾਈ ਛੱਡ ਦੇਵੋ। ਇਹ ਛੱਡ ਦੇਣੇ ਚਾਹੀਦੇ ਆ। ਇੱਕ ਤੇ ਮਿੱਤਰਾਂ ਦੇ ਨਾਲ ਝਗੜਾ ਮਾੜਾ ਵਾ। ਆਪ ਸੱਜਣਾ ਵਿੱਚ ਵਿਰੋਧਤਾ ਨਹੀਂ ਪਾਉਣੀ ਚਾਹੀਦੀ, ਕਰਨੀ ਨਹੀਂ ਚਾਹੀਦੀ। ਫਿਰ ਦੁਸ਼ਟ ਭੈੜੇ ਦਾ ਸੰਗ, ਭਾਵ ਸਾਗਤ ਦੀ ਸੰਗਤ। ਕਬੀਰ ਸਾਗਤ ਤੇ ਸੂਕਰ ਭਾਲਾ ਰਾਖੇ ਆਛਾ ਗਾਓ, ਸਾਗਤ ਬੱਬਰਾ ਮਰ ਗਿਆ ਕੋਈ ਨਾ ਲਿਆ ਹੈ ਨਾਓ। ਭਾਵ ਸਾਗਤਾਂ ਦੀ ਸੰਗਤ ਮਾੜੇ ਕਰਮ ਦਾ ਪ੍ਰਗਟਾਵਾ। ਇਹ ਸਾਰੇ ਬੁਰੇ ਕੰਮ ਆ, ਮਾੜੇ ਕੰਮ ਆ। ਇਹਨਾਂ ਤਿੰਨਾਂ ਨੂੰ ਤੁਸੀਂ ਛੱਡ ਦਿਓ। ਜਿੱਥੇ ਕਿਤੇ ਮਾੜਾ ਕੰਮ ਹੋਣ ਡਿਆ, ਹਾਂਜੀ, ਇੱਜ਼ਤ ਕਿਸੇ ਨੂੰ ਹੱਥ ਪੈਣ ਡਿਆ, ਤੇ ਉਹਨੂੰ ਦੇਖਣਾ ਬਹੁਤ ਮਾੜਾ। ਅੱਜ ਕੱਲ੍ਹ ਤੇ ਘਰ ਘਰ ਲੋਕ ਵੇਖਦੇ ਆ, ਕਿਉਂਕਿ ਹਰੇਕ ਕੋਲੋਂ ਮੋਬਾਇਲ ਆ। ਉਹਦੇ ਵਿੱਚ ਹਰ ਇੱਕ ਦੀ ਇੱਜ਼ਤ ਲੱਥੀ ਪੱਥੀ, ਜਿਹੜੀ ਕਰਤੱਵੀ ਨਜ਼ਰੀ ਆ ਜਾਂਦੀ। ਇਹ ਦੇਖਣਾ ਅੱਜ ਬਹੁਤ ਮਾੜਾ ਆ। ਦੋਹਰਾ। ਵਿਦਿਆ ਬਿਖ ਅਭਿਆਸ ਬਿਨ। ਹੁਣ ਕਹਿੰਦੇ ਵੀ ਜਿਹੜਾ ਅਭਿਆਸ ਹੁੰਦਾ ਨਾ, ਭਾਵ ਰੋਜ਼ ਪੜ੍ਹਨਾ, ਅਭਿਆਸ ਕਰਨਾ, ਬਾਰ-ਬਾਰ ਇੱਕੋ ਚੀਜ਼ ਨੂੰ ਯਾਦ ਕਰਨਾ, ਮਤਲਬ ਅਭਿਆਸ ਹੁੰਦਾ ਮਿਹਨਤ ਕਰਨੀ। ਮਿਹਨਤ ਕਰਨ ਤੋਂ ਬਿਨਾਂ, ਭਾਵ ਬਾਰ-ਬਾਰ ਜਿਹੜਾ ਸਬਕ ਆਪਾਂ ਪੜ੍ਹਿਆ ਵਿਦਿਆ ਦਾ, ਜਿਵੇਂ ਸੰਥਿਆ ਹੀ ਮੰਨ ਲਓ ਕਰਾਈ ਆ, ਤੇ ਉਹਨੂੰ ਇੱਕ ਵਾਰ ਪੜ੍ਹ ਲਿਆ, ਮੁੜ ਕੇ ਇੱਧਰ ਧਿਆਨ ਹੀ ਨਾ ਦੇਵੇ। ਹਾਂਜੀ, ਤੇ ਜੇ ਪੜ੍ਹੇ 25-25 ਵਾਰ, ਤੇ ਉਹਨੂੰ ਕਹਿੰਦੇ ਅਭਿਆਸ ਕਰਨਾ। ਇਸ ਤਰ੍ਹਾਂ ਬਾਰ-ਬਾਰ ਪੜ੍ਹਨ ਤੋਂ ਬਿਨਾਂ, ਅਭਿਆਸ ਕਹੀਏ, ਮਿਹਨਤ ਕਰਨ ਤੋਂ ਬਿਨਾਂ, ਬਾਰ-ਬਾਰ ਯਾਦ ਕਰਨ, ਪੜ੍ਹਨ ਤੋਂ ਬਿਨਾਂ
ਜਿਹੜੀ ਵਿਦਿਆ ਆ ਉਹ ਭਾਈ ਜ਼ਹਿਰ ਸਮਾਨ ਆ, ਉਹ ਜ਼ਹਿਰ ਰੂਪ ਆ, ਜ਼ਹਿਰ ਬਣ ਜਾਂਦੀ ਹੈ। ਸਾਰ ਕਿਤਾਬੜੀ ਜੀ ਵੀ ਆਉਂਦਾ ਬਚਨ, ਵੇਖ ਵਿਦਿਆ ਅਭਿਆਸ ਬਿਨ ਭੋਜਨ ਗਰਲ ਅਗਾਏ। ਹਾਂਜੀ, ਇਹ ਜਿਹੜੀ ਅਭਿਆਸ ਤੋਂ ਬਿਨਾਂ ਵਿਦਿਆ ਜ਼ਹਿਰ ਹੀ ਆ, ਅੱਧਾ ਦੋਰਾ ਉਹਦੇ ਨਾਲ ਹੀ ਮਿਲਦਾ ਏ, ਸਾਰ ਕਿਤਾਬੜੀ ਨਾਲ ਹੀ। ਔਰ ਜੀਰਨ ਵੇਖ ਭੋਜ, ਵਿਦਿਆ ਅਭਿਆਸ ਤੋਂ ਬਿਨਾਂ ਕਿਉਂ ਜ਼ਹਿਰ ਬਣ ਜਾਂਦੀ ਆ, ਭਾਵ ਭੁੱਲ ਜਾਂਦੀ। ਜਦੋਂ ਆਪਾਂ ਸੰਧਿਆ ਕਿਸੇ ਉਸਤਾਦ ਨੇ ਕਰਾਈ, ਆਪਾਂ ਪੜ੍ਹਨੀ ਕੋਈ ਨਹੀਂ, ਤੇ ਉਹਦੇ ਨਾਲ ਕੀ ਹੋਣਾ ਵਾ, ਜੋ ਪਾਠ ਦੱਸੇ ਉਹ ਆਉਣੇ ਕੋਈ ਨਹੀਂ, ਕਿਉਂਕਿ ਆਪਾਂ ਅਭਿਆਸ ਹੀ ਨਹੀਂ ਕੀਤਾ। 25 ਵਾਰ ਪੜ੍ਹਦੇ, 25 ਵਾਰ ਰਸਨਾ ਤੇ ਉਹ ਆਉਂਦਾ ਅੱਖਰ, ਉਹ ਤਾਂ ਆਪਾਂ ਪੜ੍ਹਿਆ ਕੋਈ ਨਹੀਂ, ਫਿਰ ਆਵੇ ਕਿੱਥੋਂ। ਇਸ ਕਰਕੇ ਅਭਿਆਸ ਕਰਨਾ ਚਾਹੀਦਾ, ਇਹਦਾ ਉਲਟਾ ਲਾਉਣਾ ਵੀ ਅਭਿਆਸ ਕਰਨਾ ਚਾਹੀਦਾ। ਹਰ ਜੀਰਨ ਵੇਖ ਭੋਜ, ਜੀਰਨ ਜੇ ਪੇਟ 'ਚ ਬਦ ਹਜਮੀ ਹੋਵੇ, ਭਾਵ ਪੇਟ ਖਰਾਬ ਹੋਇਆ ਹੋਵੇ, ਜਾਂ ਵੀ ਮੈਦੇ ਦਾ ਠੀਕ ਨਾ ਹੋਣਾ, ਪੇਟ ਖਰਾਬੀ ਪਈ ਹੋਵੇ ਪੇਟ ਸਰੀਰ ਦੇ ਵਿੱਚ, ਤੇ ਉਹਦੇ ਵਿੱਚ ਪੇਟ ਖਰਾਬੀ 'ਚ ਬਦ ਹਜਮੀ 'ਚ ਭੋਜਨ ਜਿਹੜਾ ਕਰਨਾ ਨਾ, ਭੋਜਨ, ਹਾਂਜੀ, ਇਹ ਵੀ ਵੇਖ ਜ਼ਹਿਰ ਹੀ ਬਣਦੀ ਹੈ। ਜਦੋਂ ਹਜਮ ਹੀ ਨਹੀਂ ਹੋਣਾ, ਉਹ ਜ਼ਹਿਰ ਜਾਂ ਤੇ ਉਲਟੀਆਂ ਰਾਹੀਂ ਜਾਂ ਲੈਟਰਨਾਂ ਰਾਹੀਂ ਜਾਂ ਬੰਦੇ ਨੂੰ ਪਰੇਸ਼ਾਨ ਕਰੂਗਾ। ਮਤਲਬ ਜਿਹੜਾ ਨਾ ਬਦ ਹਜਮੀ ਦੇ ਵਿੱਚ ਭੋਜਨ ਜਿਹੜਾ ਛਕਣਾ ਵੀ ਜ਼ਹਿਰ ਬਣਦਾ। ਗੋਸ਼ਟ ਵੇਖ ਦਰਿਦਰ ਕੋ, ਹਾਂਜੀ, ਜਿਹੜਾ ਉਦਮੀ ਪੁਰਸ਼ ਆ ਉਹਨੂੰ ਆਲਸੀ ਦੀ ਸੰਗਤ ਵੀ ਜ਼ਹਿਰ ਵਰਗਾ ਅਸਰ ਕਰਦੀ। ਗੋਸ਼ਟ ਵੇਖ ਦਰਿਦਰ ਕੋ, ਉਦਮੀ ਨੂੰ ਆਲਸੀ ਸੰਗਤ ਜ਼ਹਿਰ ਵਰਗਾ ਅਸਰ ਕਰਦੀ ਆ, ਤੇ ਏਦਾਂ ਵੀ ਲੱਗ ਜਾਂਦਾ ਦਰਿਦਰ ਕੋ, ਕਿ ਆਲਸੀ ਮਨੁੱਖ ਦਾ ਦਰਿਦਰ ਕੋ, ਜਿਹੜਾ ਦਰਿਦਰ ਦਾ ਹੀ ਆ, ਭਾਵ ਜਿਹੜਾ ਦਰਿਦਰੀ ਆ ਨਾ, ਆਲਸੀ ਮਨੁੱਖ ਆ, ਉਸ ਆਲਸੀ ਮਨੁੱਖ ਦਾ ਜਿਹੜਾ ਗੋਸ਼ਟ ਬੋਲਣਾ ਆ, ਵਿਚਾਰ ਵਟਾਂਦਰਾ ਆ, ਹਾਂਜੀ, ਉਹ ਤੇ ਜਿਹੜੀ ਚਰਚਾ ਦੀ ਸੰਗਤ ਆ, ਉਦਮੀ ਪੁਰਸ਼ ਨੂੰ ਵੀ ਜ਼ਹਿਰ ਹੀ ਕਰਦੀ, ਜ਼ਹਿਰ ਹੀ ਬਣਾਉਂਦੀ ਆ, ਭਾਵ ਉਹਨੂੰ ਕੋਈ ਲਾਹਾ ਨਹੀਂ ਦਿੰਦੀ। ਦਰਿਦਰੀ ਨੇ ਕੀ ਕਰਨਾ, ਉਦਮੀ ਦਾ ਸਗੋਂ ਉਦਮ ਖੋਹ ਲੈਣਾ, ਜ਼ਹਿਰ ਵਰਗਾ ਅਸਰ ਕਰਦੀ। ਤਰਨ ਬਿਰਧ ਕੋ ਰੋਜ਼, ਤਰਨ ਹੁੰਦਾ ਜਵਾਨ, ਬਿਰਧ ਹੁੰਦਾ ਬੁੱਢਾ, ਰੋਜ਼ ਹੁੰਦਾ ਰੋਗ। ਤੇ ਨੌਜਵਾਨ ਨੂੰ ਜਿਹੜੀ ਬੁੱਢੀ ਇਸਤਰੀ ਆ, ਉਹਦਾ ਸੰਗ ਰੋਗਾਂ ਦਾ ਕਾਰਨ ਬਣਦਾ। ਨੌਜਵਾਨ ਪੁਰਸ਼ ਨੂੰ ਜਿਹੜਾ ਸੰਗ ਆ ਨਾ, ਉਹ ਰੋਗ ਰੂਪ ਆ, ਉਹ ਨਹੀਂ ਕਰਨਾ ਚਾਹੀਦਾ। ਜਵਾਨ ਇਸਤਰੀ ਨੂੰ ਇਹ ਮਤਲਬ ਦੋਵੇਂ ਪਾਸੇ ਲੱਗ ਜਾਂਦਾ। ਤਰਨ ਬਿਰਧ ਕੋ ਰੋਜ਼, ਤਰਨ ਜਵਾਨ ਇਸਤਰੀ ਨੂੰ, ਬਿਰਧ ਪੁਰਸ਼ ਦਾ ਜਿਹੜਾ ਸੰਗ ਆ ਉਹ ਰੋਗ ਰੂਪ ਆ, ਰੋਗ ਪੈਦਾ ਕਰ ਦਿੰਦਾ। ਤੇ ਇਸੇ ਤਰ੍ਹਾਂ ਹੀ ਬਿਰਧ ਨੂੰ, ਇਸੇ ਤਰ੍ਹਾਂ ਹੀ ਜਵਾਨ ਪੁਰਸ਼ ਨੂੰ ਬਿਰਧ ਇਸਤਰੀ ਦਾ ਜਿਹੜਾ ਸੰਗ ਰੋਗੀ ਕਰ ਦਿੰਦਾ। ਦੋਵੇਂ ਪਾਸੇ ਜਿਹੜਾ ਲੱਗ ਜਾਂਦਾ, ਰੋਗਾਂ ਦਾ ਕਾਰਨ ਬਣਾ ਦਿੰਦਾ, ਰੋਗ ਰੂਪ ਆ। ਜਵਾਨ ਨੂੰ ਬਿਰਧ ਦਾ ਜਿਹੜਾ ਸੰਗ ਆ, ਸੰਗਤ ਆ ਜਿਹੜੀ, ਬਿਰਧ ਦਾ ਬਜ਼ੁਰਗ ਬੰਦਾ ਵੀ ਆ, ਬਿਰਧ ਨਾਮ, ਬੁੱਢੀ ਬਜ਼ੁਰਗ ਇਸਤਰੀ ਦਾ ਵੀ ਆ, ਦੋਵੇਂ ਪਾਸੇ ਹੀ। ਰੋਜ਼ ਨਾਮ ਰੋਗ ਦਾ ਮਤਲਬ ਨੌਜਵਾਨ ਨੂੰ ਬੁੱਢੀ ਇਸਤਰੀ ਦਾ ਜਿਹੜਾ ਸੰਗ ਆ, ਉਹ ਰੋਗਾਂ ਦਾ ਕਾਰਨ ਬਣਦਾ ਹੈ। ਸਤਾਰ ਨਾਲ ਜਾਣ ਦੀ ਜ਼ਰੂਰਤ ਨਹੀਂ ਆ, ਆਪ ਸਮਝਦੇ ਹੀ ਹੋ। ਏਕ ਸਮੇਂ ਉਬਚਤ ਨਹੀਂ, ਕਹਿੰਦੇ ਇੱਕ ਸਮੇਂ, ਇੱਕ ਸਮੇਂ ਇੱਕੇ ਸਮੇਂ ਕਹਿੰਦੇ ਉਬਚਿਤ ਨਹੀਂ, ਪੈਦਾ ਨਹੀਂ ਹੁੰਦੇ। ਕਿ ਏਕ ਨਿਮਿਤ,
ਨਿਮਿਤ ਨਾਮ ਹੁੰਦਾ ਕਾਹਦਾ? ਕਾਰਨ ਦਾ। ਠੀਕ ਹੈ ਜੀ। ਇੱਕ ਕਾਰਨ ਵਿੱਚ ਇੱਕ ਜਾਤੀ ਦਾ ਜੀਵ, ਠੀਕ ਹੈ ਜੀ, ਤੇ ਜਾਂ ਵੀ ਪਦਾਰਥ ਉਹ ਇੱਕੇ ਸਮੇਂ ਨਹੀਂ ਪੈਦਾ ਹੁੰਦੇ। ਕਾਰਨ ਵਿੱਚ ਇੱਕ ਜਾਤੀ ਦਾ ਜੀਵ ਜਾਂ ਪਦਾਰਥ ਇੱਕ ਸਮੇਂ ਪੈਦਾ ਨਹੀਂ ਹੁੰਦੇ। ਮਤਲਬ ਇੱਕੋ ਸਮੇਂ ਪੈਦਾ ਨਹੀਂ ਹੁੰਦਾ ਕਿ ਇੱਕ ਨਿਮਿਤ, ਇੱਕ ਦੇ ਨਿਮਿਤ ਕਹੀਦਾ ਕਾਰਨ ਨੂੰ, ਇੱਕੋ ਜਾਤੀ ਦਾ ਜੀਵ, ਹਾਂਜੀ, ਤੇ ਜਾਂ ਪਦਾਰਥ ਆ ਜਿਹੜੇ ਆ ਉਹ ਇੱਕੇ ਸਮੇਂ ਜਾਤ ਕਹੀਏ, ਜਾਂ ਇੱਕ ਜਾਤੀ ਦਾ ਤੇ ਇੱਕ ਨਿਮਿਤ ਇੱਕ ਕਾਰਨ ਵਿੱਚ ਹੀ ਉਹ ਇੱਕੇ ਸਮੇਂ ਪੈਦਾ ਨਹੀਂ ਹੁੰਦੇ। ਜਿਵੇਂ ਪ੍ਰਮਾਣ ਦਿੰਦੇ ਬੇਰ ਬ੍ਰਿਛ ਕੇ ਪੇੜ ਮੈਂ, ਜਿਵੇਂ ਕਹਿੰਦੇ ਬੇਰ ਦੇ, ਬ੍ਰਿਛ ਕੇ ਕਹੀਏ ਰੁੱਖ ਦੇ, ਪੇੜ ਕਹੀਏ ਮੁੱਢ ਵਿੱਚ, ਮੁੱਢ ਪੈਦਾ ਹੋਣ ਵੇਲੇ ਉਸ ਸਮੇਂ ਜਿਵੇਂ ਕਾਂਟੇ ਫਲ ਪਾਤ, ਕਾਂਟੇ ਕੰਡੇ, ਫਲ ਤੇ ਪਾਤ ਪੱਤੇ ਨਹੀਂ ਲੱਗਦੇ। ਠੀਕ ਆ ਨਾ। ਇੱਕੋ ਸਮੇਂ ਇੱਕ ਜਾਤੀ ਵਿੱਚੋਂ ਇੱਕ ਕੰਮ ਕਰਨ ਦੇ ਯੋਗ ਕੋਈ ਪਦਾਰਥ ਨਹੀਂ ਪੈਦਾ ਉਹ ਹੁੰਦਾ। ਜਿਵੇਂ ਜਿਸ ਵੇਲੇ ਬੇਰੀ ਦਾ ਮੁੱਢ ਧਰਤੀ ਵਿੱਚ ਨਿਕਲਦਾ, ਉਸ ਵੇਲੇ ਉਹਦੇ ਪੱਤੇ, ਫੁੱਲ, ਫਲ ਆਦਿ ਨਹੀਂ ਨਿਕਲਦੇ, ਆਪੋ ਆਪਣੇ ਸਮੇਂ ਅਨੁਸਾਰ ਹੀ ਪੈਦਾ ਹੁੰਦੇ ਆ ਤੇ ਆਪਣੇ ਆਪਣੇ ਵੱਖ ਵੱਖ ਕੰਮ ਹੀ ਹੁੰਦੇ ਹੋ। ਇਸੇ ਪ੍ਰਕਾਰ ਮਨੁੱਖ ਵੀ ਇੱਕੋ ਜਿਹੇ ਪ੍ਰਤਾਪ ਵਾਲੇ ਕਾਰਜ ਦੇ ਕਰਨ ਵਾਲੇ, ਇੱਕੋ ਜਿਹੇ ਸੀਲ ਸੁਭਾਅ ਵਾਲੇ ਇੱਕ ਸਮੇਂ ਦੇ ਜੰਮੇ ਹੋਏ ਨਹੀਂ ਹੁੰਦੇ ਹਨ। ਇਹਨਾਂ ਵਿੱਚ ਵੱਖਰਾਪਣ ਹੁੰਦਾ, ਇੱਕੋ ਸਮੇਂ ਪੈਦਾ ਨਹੀਂ ਹੁੰਦੇ। ਇੱਕੋ ਹੀ ਕਾਰਨ ਤੇ ਹੋਵੇ, ਇੱਕੋ ਹੀ ਜਾਤੀ ਦਾ ਜੀਵ ਨਾ, ਇਹਦੇ ਵੱਖੋ ਵੱਖਰੇ ਹੁੰਦੇ। ਜਾਤੀ ਇੱਕੋ ਜਾਤੀ ਦਾ ਇੱਕੇ ਸਮੇਂ ਪੈਦਾ ਹੋ ਜੇ ਨਾ, ਵੱਖੋ ਵੱਖਰੇ ਸਮਿਆਂ 'ਚ ਉਹ ਜਾਤੀ ਦਾ ਜੀਵ ਪੈਦਾ ਹੋ ਸਕਦਾ, ਇੱਕ ਸਮੇਂ ਨਹੀਂ ਹੋ ਸਕਦਾ। ਤੇ ਇੱਥੇ ਪਾਠ ਜਿਹੜਾ ਨਾ ਭੇਦ ਵੀ ਹੈ। ਇਹ ਇੱਕ ਸਮੇਂ ਉਪਜਤ ਨਹੀਂ, ਕਹਿੰਦੇ ਵੀ ਇੱਕੇ ਸਮੇਂ ਇੱਕੇ ਵੇਲੇ ਪੈਦਾ ਨਹੀਂ ਹੁੰਦਾ, ਜਨਮਦਾ ਨਹੀਂ ਹੈ। ਕਿ ਇੱਕ ਨਛੱਤਰ, ਇੱਕ ਜਾਤ, ਨਛੱਤਰ ਹੁੰਦਾ ਭਾਗ, 27 ਨਛੱਤਰ ਹੁੰਦੇ ਨਾ, ਕਹਿੰਦੇ ਤੇ ਭਾਗ ਵੇਖੋ, ਕਹਿੰਦੇ ਨਛੱਤਰ ਵੇਖ ਲਓ, ਇਹ ਨਛੱਤਰ ਸਹੀ ਹੋਣਗੇ ਤੇ ਆਪੇ ਭਾਗ ਚੰਗੇ ਹੋਣਗੇ। 27 ਨਛੱਤਰ ਆਸਮਣੀ ਭਰਣੀ, ਕ੍ਰਿਤਕਾ ਰੋਹਣੀ, ਆਂਦਰਾ ਪੁਨਰਵਸ, ਪੁੱਛਿਆ ਸੁਲੇਖਾ, ਮਗਾ ਪੂਰਵਾ, ਫਾਲਗੁਣੀ, ਉੱਤਰਾ ਫਾਲਗੁਣੀ, ਇਸ ਤਰ੍ਹਾਂ 27 ਆਉਂਦੇ ਆ। ਵਿਸਾਖਾ, ਨਰਾਧਾ ਆਦਿਕ ਗ੍ਰੰਥਾਂ ਵਿੱਚ ਲਿਖੇ ਹੋਏ ਆ। ਤੇ ਉਹ ਨਛੱਤਰਾਂ ਦਾ ਅਰਥ ਹੁੰਦਾ ਭਾਗ, ਤੇ ਜਾਤ ਦਾ ਅਰਥ ਜਿਹੜਾ ਵਾ ਉਹ ਵੀ ਇੱਕ ਜਾਤ, ਹਾਂਜੀ, ਇੱਕ ਜਾਤ ਦਾ ਅਰਥ ਇੱਕੋ ਸਮੇਂ, ਇੱਕ ਸਮੇਂ ਉਪਜਿਤ ਕਹੀਏ, ਪੈਦਾ ਨਹੀਂ ਹੁੰਦਾ, ਜਨਮਦਾ ਨਹੀਂ ਆ। ਕਿ ਇੱਕ ਜਾਤੀ ਦਾ ਮਨੁੱਖ ਤੇ ਇੱਕ ਨਛੱਤਰ, ਭਾਗ ਇੱਕੋ ਵੇਲੇ ਹੀ, ਭਾਗ ਤੇ ਜਾਤ ਕਹੀਏ, ਜਨਮ ਨਹੀਂ ਹੁੰਦਾ। ਠੀਕ ਹੈ ਜੀ। ਇੱਕ ਸਮੇਂ 'ਚ ਕੁਝ ਪੈਦਾ ਨਹੀਂ ਹੁੰਦਾ। ਕੀ ਕਹਿੰਦੇ ਕਿ ਇੱਕੇ ਸਮੇਂ ਭਾਗ ਤੇ ਨਾਲ ਹੀ ਇੱਕ ਜਾਤ ਕਹੀ ਜਨਮ ਹੋ ਜੇ। ਜਨਮਾਂ ਨਾਲ ਭਾਗ ਨਹੀਂ ਹੈ। ਹੌਲੀ ਹੌਲੀ ਕਹਿੰਦੇ ਵੀ ਭਾਗ ਬਣਦੇ ਆ। ਇਹ ਚਾਣਕੇ ਰਿਸ਼ੀ ਮੁਤਾਬਕ ਆ। ਕੁਝ ਦੇ ਮਾਰੇ ਕਹਿੰਦੇ ਆ ਵੀ ਮਨੁੱਖ ਜਿਹੜਾ ਆਪਣੇ ਭਾਗ ਆਪ ਹੀ ਲੈ ਕੇ ਆਉਂਦਾ। ਕਈਆਂ ਦੇ ਪ੍ਰਮਾਣਿਤ ਵੀ ਉਹਨਾਂ ਧੁਰੋਂ ਹੀ ਉਹਨਾਂ ਨੂੰ
ਜਿਹੜਾ ਹੈ ਨਾਮ ਸਿਮਰਨ ਮਿਲਿਆ ਹੈ ਤਾਂ ਜਪਦੇ ਹੋ ਮਹਾਤਮਾ। ਹਾਂਜੀ, ਤੇ ਦੁਨਿਆਵੀ ਤੌਰ ਤੇ ਵੀ ਠੀਕ ਹੈ ਵੀ ਇੱਕ ਸਮੇਂ ਨਾ ਤੇ ਬੰਦਾ ਇੱਕ ਸਮੇਂ ਬੰਦਾ ਪੈਦਾ ਹੁੰਦਾ ਤੇ ਨਾਲ ਇੱਕੇ ਸਮੇਂ ਭਾਗ, ਦੋਵੇਂ ਚੀਜ਼ਾਂ ਨਹੀਂ ਆ ਜਾਂਦੀਆਂ, ਕਿਉਂਕਿ ਭਾਗ ਹੌਲੀ ਹੌਲੀ ਬਣਦੇ ਆ, ਪ੍ਰਮਾਣ ਤੌਰ ਤੇ ਦੇਣ ਦੇ ਆ। ਬੇਰ ਬ੍ਰਿਸ਼ ਕੇ ਪੇੜ ਮੈਂ, ਜਿਵੇਂ ਕਹਿੰਦੇ ਕਿ ਬੇਰੀ ਦਾ ਜਿਹੜਾ ਬ੍ਰਿਸ਼ ਆ ਉਹਦੇ ਪੇੜ ਕਹੀਏ ਮੁੱਢ ਮੈਂ, ਮੁੱਢ ਦੇ ਵਿੱਚ ਜਿਹੜੇ ਕਾਂਟੇ ਕਹੀਏ ਪੈਦਾ ਹੋਣ ਤੇ ਬੇਰੀ ਦੇ ਮੁੱਢ ਪੈਦਾ ਹੋਣ ਤੇ ਇਹ ਜਿਹੜੇ ਕਾਂਟੇ ਕੰਡਿਆਂ ਵਾਲੇ ਆ ਪੱਤੇ ਆ ਜਾਂ ਕਾਂਟੇ ਕੰਡੇ ਆ ਫਲ ਆ ਪੱਤੇ, ਉਹ ਇੱਕੇ ਸਮੇਂ ਨਹੀਂ ਨਾ ਉੱਗਦੇ। ਜਦੋਂ ਬੇਰੀ ਦਾ ਮੁੱਢ ਪੈਦਾ ਹੁੰਦਾ ਹੌਲੀ ਹੌਲੀ ਕਰੁੰਬਲ ਜਿਹੇ ਨਿਕਲਦੇ ਆ, ਫਿਰ ਹੌਲੀ ਹੌਲੀ ਉਹ ਟਾਹਣੀਆਂ ਬਣਦੀਆਂ, ਕੰਡੇ ਨਿਕਲਦੇ ਆ, ਪੱਤੇ ਫਲ ਬੇਰ ਬਾਅਦ 'ਚ ਲੱਗਦੇ, ਕਿੰਨਾ ਕੁਝ ਹੁੰਦਾ। ਇਸੇ ਪ੍ਰਕਾਰ ਹੀ ਕਹਿੰਦੇ ਵੀ ਇੱਕੇ ਸਮੇਂ ਜਨਮ ਵੀ ਹੋ ਜੇ ਨਾਲ ਭਾਗ ਵੀ ਹੋ ਜਾਣ, ਇੱਕੇ ਸਮੇਂ ਪੈਦਾ ਨਹੀਂ ਹੁੰਦਾ। ਹਾਂਜੀ, ਫਿਰ ਬੇਰੀ ਦੇ ਦਰਖਤ ਨੂੰ ਫਲ ਦੇ ਪੱਤੇ ਇਕੱਠੇ ਨਹੀਂ ਲੱਗਦੇ। ਇਹ ਗੱਲ ਸਹੀ, ਇਹ 16 ਨਹੀਂ ਸੱਚ ਆ। ਵੱਖੋ ਵੱਖਰੇ ਸਮਿਆਂ ਵਿੱਚ ਪਹਿਲਾਂ ਬੇਰੀ ਦਾ ਬੂਟਾ ਉੱਗਦਾ, ਹੌਲੀ ਹੌਲੀ ਟਾਹਣੀਆਂ, ਫਿਰ ਪੱਤੀਆਂ ਨਿਕਲਦੀਆਂ, ਫਿਰ ਸਮੇਂ ਦੇ ਨਾਲ ਨਾਲ ਉਹਨੂੰ ਬੇਰਾਂ ਰੂਪੀ ਫਲ ਲੱਗਦਾ। ਇਵੇਂ ਪਹਿਲਾਂ ਆਦਮੀ ਪੈਦਾ ਹੁੰਦਾ ਹੈ ਮੁੱਢ ਰੂਪ, ਫਿਰ ਸਮੇਂ ਦੇ ਨਾਲ ਉਹਦਾ ਨਛੱਤਰ ਸਿਤਾਰਾ ਜਾਂ ਨਛੱਤਰ ਭਾਗ ਚਮਕਦਾ, ਜਾਂ ਜਿਹੜਾ ਇਹ ਜਾਤ ਡੁੱਬਦਾ ਆ। ਠੀਕ ਹੈ ਜੀ, ਸਮੇਂ ਸਮੇਂ ਨਾਲ ਜਦੋਂ ਕੋਈ ਮਾੜਾ ਕਰੀ ਜਾਵੇ ਕਹਿੰਦੇ ਹਰੇ ਤੇ ਮਰਦਾ ਹੀ ਨਹੀਂ, ਕਹਿੰਦੇ ਜੇ ਉਹਦੇ ਭਾਗ ਨਾਲ ਆ। ਜਦੋਂ ਦੇ ਭਾਗ ਚਲੇ ਜਾਂਦੇ ਆ, ਜਦੋਂ ਭਾਗ ਨਾਲ ਹੁੰਦੇ ਆ ਉਹਨਾਂ ਚਿਰ ਉਹਦੀ ਚੜ੍ਹਦੀ ਕਲਾ, ਜਦੋਂ ਭਾਗ ਖਿਸਕ ਜਾਂਦੇ ਫਿਰ ਉਹਦੀ ਲਹਿੰਦੀ ਕਲਾ ਆ ਜਾਂਦੀ। ਇਹ ਦੋਹਰਾ ਸਮਝਣਾ ਔਖਾ ਜਿਹਾ ਲੱਗਦਾ, ਕਿੰਨਾ ਆਪਾਂ ਵੇਖੋ ਬਾਰ ਬਾਰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹਦਾ ਅਰਥ ਇਹ ਸਮਝਣਾ ਵਾ ਏਕ ਸਮੇਂ ਉਪਜਤ ਨਹੀਂ, ਇੱਕ ਸਮੇਂ ਪੈਦਾ ਨਹੀਂ ਹੁੰਦਾ ਵੀ ਏਕ ਨਛੱਤਰ ਇੱਕ ਜਾਤ, ਇੱਕ ਤੇ ਵੀ ਜਾਤ ਜੀਵ। ਹਾਂਜੀ, ਵੀ ਇੱਕ ਜਾਤ ਅਗੇ ਜਨਮ, ਵੀ ਇੱਕੋ ਸਮੇਂ ਜਨਮ ਹੋਵੇ ਤੇ ਇੱਕੇ ਸਮੇਂ ਜਿਹੜਾ ਨਛੱਤਰ ਭਾਗ ਵੀ ਨਾਲ ਹੀ ਹੋਵੇ, ਇਹ ਇੱਕੇ ਸਮੇਂ ਨਹੀਂ ਹੁੰਦਾ। ਨਾਲ ਬੇਰੀ ਦੇ ਬ੍ਰਿਸ਼ ਦਾ ਜਿਹੜਾ ਪ੍ਰਮਾਣ ਦਿੱਤਾ ਆ, ਮਤਲਬ ਜਦੋਂ ਜੀਵ ਪੈਦਾ ਹੋ ਜਾਂਦਾ ਫਿਰ ਉਹ ਹੌਲੀ ਹੌਲੀ ਆਪਣਾ ਜਿਹੜਾ ਇਹ ਕੁਝ ਬੰਦਗੀ ਕਰਦਾ, ਕੁਝ ਉਹਦੇ ਭਾਗ ਖੋਲ੍ਹਦੇ ਆ, ਫਿਰ ਉਹਦੀ ਜ਼ਿੰਦਗੀ ਦਾ ਸਿਤਾਰਾ ਜਿਹੜਾ ਚਮਕਦਾ। ਦੋਹਰਾ ਜੋਗੀ ਮੰਤਰੀ ਰਾਜ ਕੋਲ, ਯੋਗੀ ਯੋਗ ਸਾਧਨਾ ਕਰਨ ਵਾਲਾ, ਸਾਧੂ ਜਾਂ ਭਿਕਸ਼ੂ ਮੰਗਣ ਵਾਲਾ, ਜੋਗੀ ਪੁਰਸ਼ ਸ਼ਬਦ ਹੀ ਲਾ ਲਓ। ਮੰਤਰੀ ਕਹੀਏ ਸਲਾਹਕਾਰ, ਜਿਹੜਾ ਵਜ਼ੀਰ ਹੁੰਦਾ। ਰਾਜਾ ਹਾਂਜੀ, ਤੇ ਕੁਲ ਕਹੀਏ ਵੰਸ਼। ਰਦ ਨਾਮ ਦੰਦ ਦਾ। ਹਾਂਜੀ, ਤੇ ਰਦ ਨਖ ਕੁਛ ਅਰਨਾਰ। ਰਦ ਕਹੀਏ ਦੰਦ, ਨਖ ਕਹੀਏ ਨੌ, ਕੁਝ ਕਹੀਏ ਜਿਹੜਾ ਸਥਾਨ ਆ, ਘਟ ਸਥਾਨ ਆ, ਜਿਹਨਾਂ ਅਸਥਾਨ ਜਿਹਨਾਂ ਨੂੰ ਕਹੀਦਾ ਹੈ। ਆਰ ਕਹੀਏ ਅਤੇ ਨਾਰ ਇਸਤਰੀ। ਥਾਨ ਭ੍ਰਸ਼ਟ ਸੋਭਤ ਨਹੀਂ। ਇਹ ਅੱਠੇ ਜਿਹੜੇ ਆ ਨਾ, ਇਹ 8 ਚੀਜ਼ਾਂ ਵਾ। ਯੋਗੀ ਪਿੱਛੇ ਅੱਗੇ ਆ ਹੀ ਜਾਣਾ। ਥਾਨ ਭ੍ਰਸ਼ਟ ਸੋਭਤ ਨਹੀਂ, ਇਹਦੇ ਬਾਰੇ ਦੱਸ ਰਹੇ ਆ ਵੀ ਇਹ ਜਿਹੜੀਆਂ 8 ਚੀਜ਼ਾਂ ਵਾ, ਇਹ ਆਪੋ ਆਪਣੇ ਥਾਂ ਟਿਕਾਣੇ ਦੇ ਡਿੱਗੇ ਹਿੱਲੇ ਹੋਏ ਫੱਬਦੇ ਨਹੀਂ ਆ। ਥਾਨ ਭ੍ਰਸ਼ਟ ਨਾਮ ਹੁੰਦਾ ਡਿੱਗੇ ਹੋਏ ਦਾ। ਹਾਂਜੀ, ਭ੍ਰਸ਼ਟ ਨਾਮ ਭੈੜੇ ਦਾ। ਭੈੜੇ ਥਾਵਾਂ ਤੇ ਆਪਣੇ ਥਾਂ ਤੋਂ ਬਾਅਦ ਆਪਣਾ ਥਾਂ ਛੱਡ ਕੇ ਦੂਜੇ ਥਾਂ ਤੇ ਸੋਭਤ ਨਹੀਂ, ਸੋਭਦੀਆਂ ਨਹੀਂ ਇਹ ਚੀਜ਼ਾਂ ਵਸਤਾਂ।
ਇਹ ਜਿਹੜੇ ਆ ਨਾ ਇਹ ਚੀਜ਼ਾਂ ਜਿੱਥੇ ਜਿੱਥੇ ਪਰਮੇਸ਼ਰ ਦੇ ਵੱਲੋਂ ਹੈ ਉੱਥੇ ਉੱਥੇ ਸੋਭਣੀ, ਆਪਣੀ ਇਹ ਚੀਜ਼ ਤੋਂ ਡਿੱਗ ਪੈਣ ਤੇ ਇੱਕ ਸੋਭ ਦੇਣੀ ਜੋਗੀ। ਹਾਂਜੀ, ਫਿਰ ਇਹ ਆਠੋਂ ਪ੍ਰਕਾਰ, ਇਹ ਜੋ ਅੱਠ ਪ੍ਰਕਾਰ ਦੀਆਂ ਜੋ ਪ੍ਰਕਾਰ ਕਹੀਏ ਜੋ ਵਸਤਾਵਾਂ, 8 ਤਰ੍ਹਾਂ ਪ੍ਰਕਾਰ ਦਾ ਅਰਥ ਹੁੰਦਾ ਤਰ੍ਹਾਂ, ਜੋ 8 ਤਰ੍ਹਾਂ ਦੀਆਂ ਜਿਹੜੀਆਂ ਵਸਤਾਂ ਦੱਸੀਆਂ ਨਾ ਤੁਹਾਨੂੰ, 8 ਜਾਣੇ 8 ਚੀਜ਼ਾਂ, ਇਹ ਥਾਨ ਭ੍ਰਸ਼ਟ, ਆਪਣੇ ਥਾਂ ਤੋਂ ਭ੍ਰਸ਼ਟ ਹੋ ਜੇ। ਆਹ ਜਿਹੜਾ ਤਾਂ ਥਾਂ ਨਹੀਂ ਆਪਣੇ ਥਾਂ ਤੋਂ ਡਿੱਗ ਕੇ ਹੋਰ ਥਾਂ ਨਹੀਂ ਸੋਭਦੀ, ਇਹਨੂੰ ਆਪਣਾ ਸਥਾਨ ਹੀ ਨੂੰ ਸੋਭਦਾ ਜਿਹੜਾ ਆਪਣਾ ਦਾ ਸਥਾਨ ਹੈ। ਹਾਂਜੀ, ਇੱਕ ਜੋਗੀ, ਮੰਤਰੀ 2, ਰਾਜਾ 3, ਕੁਲ 4, ਰਾਧ 5, ਨਖ 9 6, ਕੁਚ ਅਸਥਨ ਤੇ ਨਾਰੀ ਇਸਤਰੀ। ਸਾਧ ਮੰਡਲੀ ਜਾਂ ਸਾਧ ਸੰਗਤ ਨੂੰ ਛੱਡ ਦੇ, ਜਿਹੜਾ ਸਾਧੂ ਆ ਉਹ ਸਾਧ ਸੰਗਤ ਨੂੰ ਛੱਡ ਦੇਵੇ। ਰਾਜਾ ਮੰਤਰੀ ਨੂੰ ਕਿਸੇ ਹੋਰ ਜਗ੍ਹਾ ਲਗਾ ਕੇ ਕਿਸੇ ਸਿਪਾਹੀ ਨੂੰ ਸਲਾਹਕਾਰ ਬਣਾ ਲੇ। ਰਾਜਾ ਖੁਦ ਛੋਟੇ ਕੰਮ ਕਰਨ ਲੱਗ ਪਵੇ। ਹਾਂਜੀ, ਤੇ ਕੁਲ ਜਿਹੜੀ ਆ ਕੁਲ ਆ ਵੀ ਇਹਦੇ ਵਿੱਚ ਜੈ ਜੈਕਾਰ ਹੋਣੀ ਹੈ ਜੇ ਸਹੀ ਤਰ੍ਹਾਂ ਚੱਲੇ। ਕੁਲ ਦੀ ਲਾਸ਼ ਛੱਡ ਦੇਵੇ ਬੰਦਾ। ਫਿਰ ਜਿਹੜਾ ਨੌ ਆ ਇਹ ਆਪਣੀ ਥਾਂ ਤੇ ਸੋਭਦੇ। ਨੌ ਤੇ ਅਸਥਾਨਾਂ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਆ। ਜਿਵੇਂ 3 ਜ਼ਰਾ ਕੋਈ ਆਪਣੇ ਟਿਕਾਣੇ ਤੋਂ ਪਰੇ ਹੋਣ ਤਾਂ ਬਹੁਤ ਬੁਰੇ ਲੱਗਦੇ। 9 ਨੂੰ ਆਪਣੇ ਹੁਣ ਉਂਗਲੀਆਂ ਦੇ ਪਰੇ ਲੱਗ ਜਾਣ, ਇਹ ਥੋੜ੍ਹੀ ਸੋਭਣੇ। ਕਈ ਵੇਲੇ ਕਈਆਂ ਦੇ 9 ਜੋ ਵਧੇ ਹੁੰਦੇ ਚੰਗੇ ਨਹੀਂ ਲੱਗਦੇ। ਹਾਂਜੀ, ਤੇ ਦੰਦ ਜਿਹੜੇ ਆ ਉਹ ਵੀ ਆਪਣੀ ਥਾਂ ਤੇ ਸੋਭਦੇ। ਜੇ ਬਾਹਰ ਨਿਕਲੇ ਹੋਣ ਉਲਟੇ ਸਿੱਧੇ ਲੱਗ ਜਾਣ ਤਾਂ ਵੀ ਨਹੀਂ ਸੋਭਦੇ। ਛਾਤੀ ਦੇ ਜਿਹੜੇ ਥਾਣੇ ਆ ਉਹ ਵੀ ਠੀਕ ਟਿਕਾਣੇ 'ਤੇ ਨਾ ਹੋਣ, ਉਹ ਵੀ ਨਹੀਂ ਸੋਭਦੇ। ਆਪਣੇ ਟਿਕਾਣੇ ਤੋਂ ਹਿੱਲਣ ਕਰਕੇ ਫੱਬਦੇ ਨਹੀਂ। ਇਹ ਵਿੱਚ ਵੀ ਬੜੀ ਇਹ ਕਿਉਂਕਿ 16 ਸ਼ਿੰਗਾਰਾਂ ਵਿੱਚੋਂ ਇਸਤਰੀ ਦਾ ਇੱਕ ਸ਼ਿੰਗਾਰ ਹੈ। ਮਤਲਬ ਇਹ ਜਿਹੜੀਆਂ ਚੀਜ਼ਾਂ ਨਾ ਆਪੋ ਆਪਣੇ ਥਾਵਾਂ 'ਤੇ ਸੋਭਦੀਆਂ। ਹਾਂਜੀ, ਇਵੇਂ ਵੀ ਕੋਈ ਵਿਦਵਾਨ ਥੋੜ੍ਹਾ ਕਰ ਲੈਂਦੇ ਆ ਵੀ ਜਿਹੜੇ ਕੁਦਰਤੀ ਆਉਣ ਵਾਲੇ ਆ ਦੰਦ ਰੱਬ ਵੱਲੋਂ, ਇੱਕ ਨੱਕ ਕਹੀਏ 9 ਆ, ਤੇ ਹੋਰ ਅਸਥਨ ਦੰਦ 9 ਤੇ ਅਸਥਨ ਆ। ਇਹਨਾਂ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਵੀ ਇਹ 3 ਜਰਾ ਕੋਈ ਆਪਣੇ ਟਿਕਾਣੇ ਤੋਂ ਪਰੇ ਹੋਣ ਤਾਂ ਇਹ ਫੱਬਦੇ ਨਹੀਂ, ਇਹ ਬੁਰੇ ਲੱਗਦੇ ਆ, ਭ੍ਰਸ਼ਟੇ ਹੋਏ ਲੱਗਦੇ ਆ ਥਾਂ ਆਪਣੇ ਤੋਂ ਛੱਡ ਦੇਣ 'ਤੇ। ਤੇ ਇਵੇਂ ਜਿਹੜੇ ਬਾਕੀ 5 ਨਾ ਯੋਗੀ, ਸਾਧੂ, ਮੰਤਰੀ, ਸਲਾਹਕਾਰ, ਰਾਜਾ ਆਪਣੇ ਰਾਜ ਭਾਗ ਦੇ ਕੰਮ ਛੱਡ ਕੇ ਉਲਟੇ ਕੰਮ ਕਰਨ ਲੱਗ ਜਾਵੇ। ਕੁਲ ਆਪਣੀ ਨੂੰ ਲਾਜ ਛੱਡ ਕੇ ਉਲਟਾ ਕੰਮ, ਇਸਤਰੀ ਆਪਣਾ ਪਤੀ ਵਰਤਾ ਧਨ ਛੱਡ ਕੇ ਉਲਟੇ ਕੰਮ ਕਰਨ ਲੱਗ ਪਵੇ, ਤੇ ਇਹ ਵੀ ਨਹੀਂ ਜਿਹੜੇ ਫੱਬਦੇ। ਇਹ ਗੱਲ ਕਹਿ ਰਹੀ। ਪਾਨ ਸੁਪਾਰੀ ਹੰਸ ਨਰੇਪ, ਪਾਨ ਦਾ ਪੱਤਾ ਜਿਹੜਾ ਲੋਕ ਖਾਂਦੇ। ਸੁਪਾਰੀ ਪੂਗ ਫਲ ਹੁੰਦਾ, ਇੱਕ ਛਾਲੀ ਕਿਹਾ ਜਾਂਦਾ ਉਹਨੂੰ, ਤੇ ਇਹ ਬੜਾ ਖੁਸ਼ਕ ਹੁੰਦਾ। ਮੂੰਹ ਦੇ ਵਿੱਚ ਮੂੰਹ ਦੇ ਵਿਕਾਰਾਂ ਨੂੰ ਦੂਰ ਕਰਦਾ ਇਹ ਸੁਪਾਰੀ। ਤਾਈਓ ਕਈ ਖਾਂਦੇ ਨਾ ਸੁਪਾਰੀ, ਮਾਰ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆ। ਸੁਪਾਰੀ ਵੀ ਲੋਕ ਖਾਂਦੇ। ਇੱਥੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਦੇ ਹੁੰਦੇ ਕਈ ਥਾਵਾਂ 'ਤੇ, ਪੰਜਾਬੋਂ ਬਾਹਰ ਤੇ ਬਹੁਤ ਹੀ ਹੈ ਕੰਮ। ਇਹ ਸੁਪਾਰੀ ਜਿਹੜੇ ਮੂੰਹ ਦੇ ਵਿੱਚ ਥੁੱਕ ਜਾਂ ਸਫਾਈ ਕਰਦੀ ਹੈ, ਫਿਰ ਮੂੰਹ ਮਾਰਨੇ ਕਰਕੇ ਦੰਦਾਂ ਨੂੰ ਮਜ਼ਬੂਤ ਕਰਦੀ। ਇਹ ਪਾਣ ਦੇ ਨਾਲ ਜਿਹੜੇ ਬੀਰਜ ਮਣੀ ਹੈ ਨਾ ਅੰਦਰ ਬੰਦੇ ਦੇ, ਉਹਨੂੰ ਬੜਾ ਗਾੜਾ ਕਰਦੇ। ਫਿਰ ਸੁਪਾਰੀ ਦੇ ਜਿਹੜੇ ਫੁੱਲ ਬੱਚਿਆਂ ਦੇ ਦਸਤ ਲੱਗੇ ਹੋਣ ਤਾਂ ਉਹ ਬੰਦ ਕਰ ਲਈ, ਉਬਾਲ ਕੇ ਦਿੱਤੇ ਜਾਣ ਬੱਚਿਆਂ ਨੂੰ ਸੁਪਾਰੀ ਦੇ ਫੁੱਲ, ਤੇ ਬੜੇ ਹੀ ਲਾਭਕਾਰੀ।
ਵਿਮਾਨ ਕੋਸ਼ 'ਚ ਲਿਖਿਆ ਹੋਇਆ। ਸੋ ਵਿਚਾਰ ਪਾਨ ਸੁਪਾਰੀ ਹੰਸ ਨਰੇਪ। ਪਾਨ ਦਾ ਪੱਤਾ, ਹਾਂਜੀ, ਸੁਪਾਰੀ, ਫਿਰ ਸੁਪਾਰੀ ਹੁਣੇ ਜਿਹੜੀ ਦੱਸੀ ਹੈ, ਤੇ ਹੰਸ, ਜਿਹੜਾ ਹੰਸ ਆ। ਨਰਿਪ, ਨਰਿਪ ਕਹੀਏ ਰਾਜਾ, ਹੈ ਘੋੜਾ, ਹੈ ਗੈ ਸਿੰਘ ਸਪੂਤ, ਹੈ ਘੋੜਾ ਗੈ ਹਾਥੀ, ਸਿੰਘ ਕਹੀਏ ਸ਼ੇਰ, ਸਪੂਤ ਕਹੀਏ ਸ੍ਰੇਸ਼ਟ ਪੁੱਤਰ, ਲਾਇਕ ਪੁੱਤਰ, ਜਿਹੜਾ ਮਾਂ ਪਿਓ ਦੀ ਆਗਿਆ ਦੇ ਵਿੱਚ ਰਹਿੰਦਾ। ਸਿੱਧਾ ਕਰੋ ਲਾਇਕ ਪੁੱਤਰ ਜਾਂ ਸ੍ਰੇਸ਼ਟ ਪੁੱਤਰ। ਜਿਉਂ ਜਿਉਂ ਪਗ ਭੋਏ ਸੰਚਰ, ਜਿਉਂ ਜਿਉਂ, ਜਿਵੇਂ ਜਿਵੇਂ ਇਹ ਜਿਹੜੇ ਉੱਪਰ ਗਣਾਏ ਆ, ਇਹ ਜ਼ਮੀਨ ਦੇ ਆਪਣੇ ਕਦਮ ਅੱਗੇ ਧਰਦੇ ਵਧਾਉਂਦੇ ਆ। ਹਾਂਜੀ, ਪਗ ਜਿਵੇਂ ਜਿਵੇਂ ਇਹ ਵਿਸ਼ੇਸ਼ ਕਰਕੇ ਧਰਤੀ ਉੱਪਰ ਆਪਣੇ ਚਰਨ ਸੰਚਰੈ। ਸੰ ਨਾਮ ਹੁੰਦਾ ਵਾ ਭਲੀ ਪ੍ਰਕਾਰ ਦਾ, ਤੇ ਚਰੇ ਨਾਮ ਹੁੰਦਾ ਜਿਹੜਾ ਚੱਲਣ ਦਾ, ਵਿਚਰਨ ਦਾ। ਜਦੋਂ ਭਲੀ ਪ੍ਰਕਾਰ ਇਹ ਚੱਲਦੇ ਆ ਨਾ, ਵੱਧਦੇ ਆ, ਜਿਵੇਂ ਜਿਵੇਂ ਧਰਤੀ ਦੇ ਪੈਰ, ਭੋਏ ਨਾਮ ਧਰਤੀ ਦਾ, ਹਾਂਜੀ, ਜ਼ਮੀਨ ਦਾ, ਜ਼ਮੀਨ ਤੇ ਪੈਰ ਧਰਦੇ ਭਲੀ ਪ੍ਰਕਾਰ, ਤਿਉਂ ਤਿਉਂ ਅਦਕ ਅਕੂਤ, ਤਿਵੇਂ ਤਿਵੇਂ ਨਾ, ਜਾਂ ਉਵੇਂ ਉਵੇਂ ਇਹਨਾਂ ਦੇ ਜਿਹੜਾ ਮੁੱਲ ਆ ਬਹੁਤ ਜ਼ਿਆਦਾ ਹੀ, ਅਦਕ ਕਹੀਏ ਬਹੁਤ ਜ਼ਿਆਦਾ, ਅਕੂਤ ਕਹੀਏ ਵੱਧਦਾ ਆ। ਅਕੂਤ ਨਾਮ ਹੁੰਦਾ ਮੁੱਲ ਦਾ ਜਾਂ ਕਦਰ ਦਾ। ਉਵੇਂ ਉਵੇਂ ਇਹਨਾਂ ਦਾ ਮੁੱਲ ਬਹੁਤ ਜਿਹੜਾ ਵੱਧਦਾ ਆ, ਉਹਨਾਂ ਦੇ ਕਦਰ ਪੈਂਦੀ ਜੋ ਜਿਵੇਂ ਧਰਤੀ ਦੇ ਵਿਚਰਦੇ ਆ। ਹੰਸ ਵੀ, ਰਾਜਾ ਵੀ, ਹਾਥੀ, ਘੋੜਾ, ਸ਼ੇਰ, ਹਾਂਜੀ, ਤੇ ਸਪੂਤ, ਬਾ ਲਾਇਕ ਪੁੱਤਰ, ਤੇ ਪਾਨ ਸੁਪਾਰੀ, ਪਾਨ ਦਾ ਪੱਤਾ, ਇਹ ਵੀ ਜਿਉਂ ਜਿਉਂ ਵਿਚਰਦਾ ਇਹਦਾ ਵੀ ਬੜਾ ਮੁੱਲ ਵੱਧਦਾ, ਜਿਉਂ ਜਿਉਂ ਗਾਂਹ ਜਾਈ ਜਾਂਦਾ ਮੁੱਲ ਵਧੀ ਜਾਂਦਾ। ਕਈ ਇੱਥੇ ਪਾਠ ਕਰਦੇ ਜਿਉਂ ਜਿਉਂ ਪਰ ਭੋਏ ਸੰਚਰਿਆ। ਪਰ ਭੋਏ ਪਾਠ ਜਿਹੜਾ ਇਕੱਠਾ ਹੀ ਕਰ ਦਿੰਦੇ, ਪੱਗ ਦੀ ਥਾਂ ਭੋਏ ਕਰ ਦਿੰਦੇ, ਵੀ ਜਿਵੇਂ ਜਿਵੇਂ ਪਰ ਕਹੀਏ ਵਿਸ਼ੇਸ਼ ਕਰਕੇ ਭੋਏ ਕੇ ਧਰਤੀ ਉੱਪਰ ਸੰਚਰੇ ਵਿਚਰਨਾ ਕਰਦੇ ਨਾ, ਭਲੀ ਪ੍ਰਕਾਰ ਵਿਚਰਨਾ ਕਰਦੇ, ਚੱਲਣਾ ਕਰਦੇ ਆ, ਤਿਉਂ ਤਿਉਂ ਅਦਕ ਅਕੂਤ, ਤਿਵੇਂ ਤਿਵੇਂ ਇਹਨਾਂ ਦਾ ਬਹੁਤ ਅਕੂਤ ਕਹੀਏ ਮੁੱਲ ਪੈਂਦਾ, ਕਦਰ ਪੈਂਦਾ ਜ਼ਿਆਦਾ ਇਹਨਾਂ ਦਾ। ਠੀਕ ਹੈ ਜੀ। ਪਾਨ ਸੁਪਾਰੀ, ਭੋਗ ਫਲ। ਪਾਨ ਸੁਪਾਰੀ ਬਾਰੇ ਤੁਹਾਨੂੰ ਦੱਸ ਹੀ ਦਿੱਤਾ। ਪਾਨ ਸੁਪਾਰੀ ਇਕੱਠਾ ਕਰ ਲੈਣਾ। ਪਾਨ ਸੁਪਾਰੀ 1, ਹੰਸ 2, ਨਰਿਪ 3, ਹੈ ਘੋੜਾ 4, ਗੈ ਹਾਥੀ 5, ਸਿੰਘ 6, ਸਪੂਤ 7। 7 ਦੀ ਗੱਲ ਕੀਤੀ। ਹਾਂਜੀ। 2 ਹੋਰਾ ਪੂਰਬ ਜਨਮ ਦੀਏ ਹੋਤੇ। ਪਹਿਲੇ ਜਨਮ ਦਾ ਪੈਸਾ, ਪਹਿਲਾਂ ਜਨਮਾਂ ਦਾ ਜੋ ਦਿੱਤਾ ਹੋਤੇ ਕਹੀਏ ਹੋਇਆ, ਹਾਂਜੀ, ਉਹ ਕੀ? ਧਨ, ਵਿਦਿਆ, ਗੋਦਾਨ, ਧਨ ਗਾਂ, ਧਨ ਕਹੀਏ ਦੌਲਤ, ਵਿਦਿਆ ਪੜ੍ਹਾਈ, ਤੇ ਗੋ ਕਹੀਏ ਗਾਂ, ਤੇ ਦਾਨ ਜਿਹੜਾ ਦਾਣੀ। ਹਾਂਜੀ, ਅਰਥਵਾਦ ਤੇ ਇੱਥੋਂ ਚੁੱਕ ਲਓ। ਧਨ, ਵਿਦਿਆ, ਗੋਦਾਨ, ਪੂਰਬ ਜਨਮ ਦੀਏ ਹੋਤੇ। ਕਿ ਪੂਰਬ ਜਨਮ, ਪਹਿਲੇ ਜਨਮਾਂ ਦਾ ਜਿਹੜਾ ਦੀਏ ਕਹੀਏ ਦਿੱਤਾ ਹੋਤੇ ਕਹੀਏ ਹੋਇਆ ਹੈ ਨਾ, ਕਿ ਧਨ ਪੈਸਾ, ਵਿਦਿਆ ਪੜ੍ਹਾਈ ਹੋਈ, ਗਊ ਦਾ ਦਾਨ, ਗੋਦਾਨ ਇਕੱਠਾ ਹੀ ਪਾਠ ਕਰ ਲਓ, ਜਾਂ ਗਊ ਦਾਨ ਤੇ ਜਾਂ ਗਾਵਾਂ ਦਾ ਦਾਨ, ਤੇ ਜਾਂ ਪੈਸੇ ਆਦਿਕ ਦਾ, ਕੱਪੜੇ ਆਦਿਕ ਦਾ ਦਾਨ। ਸੋ ਅੱਗੇ ਦੌੜਤ ਫਿਰ
ਉਹ ਭਾਗ ਬਣ ਕੇ ਅੱਗੇ ਅੱਗੇ ਭੱਜਿਆ ਫਿਰਦੇ ਆ। ਇਹ ਚੀਜ਼ਾਂ ਕਰਤ ਪਰਮ ਕਲਿਆਣ, ਇਹ ਜਿਹੇ ਜਿਹੜੇ ਦਾਨ ਪੁੰਨ ਆਦਿਕ ਦੇ ਨੇਕ ਕਰਮ ਕੀਤੇ ਨਾ ਪਹਿਲੇ, ਇਹੀ ਇਨਸਾਨ ਦੀ ਕਲਿਆਣ ਕਰਾਉਂਦੇ, ਖਲਾਸੀ ਮੁਕਤੀ ਕਰਾਉਂਦੇ। ਭਾਈ ਗੁਰਦਾਸ ਜੀ ਵੀ ਕਹਿੰਦੇ ਆ, ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨਾਲ। ਜਿਹੜਾ ਦਿੱਤਾ ਹੀ ਕੁਝ ਨਹੀਂ, ਉਹਦੇ ਹੱਥ ਨਹੀਂ ਕੁਝ ਆਉਂਦਾ। ਦਿੱਤਾ ਲਈਏ ਆਪਣਾ, ਜੋ ਪਿੱਛੇ ਦਿੱਤਾ ਹੁੰਦਾ ਨਾ ਉਹੀ ਫਲ ਮਿਲਦਾ। ਜਦੋਂ ਆਪਾਂ ਕਹਿੰਦੇ ਦਾਨ ਪੁੰਨ ਕਰਦੇ, ਉਹਦਾ ਫਲ ਹੀ ਮਿਲਦਾ। ਇਸ ਕਰਕੇ ਗੁਰਮਤ ਦੇ ਇਹੀ ਕਹਿੰਦੇ ਆ, ਭਾਈ ਦਾਨ ਪੁੰਨ ਕਰਕੇ ਕਦੀ ਇੱਛਾ ਨਾ ਕਰੋ, ਨਹੀਂ ਤੇ ਫਿਰ ਤੁਹਾਨੂੰ ਲੈਣਾ ਪਊਗਾ। ਕਰਤਾ ਭੁਗਤਾ ਦੇ ਭਰਮ ਵਿੱਚ ਪੈ ਜਾਓਗੇ। ਦੇ ਦੇਣਾ ਵਾ, ਇੱਛਾ ਨਹੀਂ ਕਰਨੀ, ਫਿਰ ਤੁਹਾਡੇ ਸੋ ਤੇ ਸੇ ਦੀ ਦੂਸਰੀ ਮਹਾਨ ਕਲਿਆਣ, ਕੇਵਲ ਮੁਕਤੀ ਰੂਪੀ ਕਲਿਆਣ ਹੋ ਜਾਊਗੀ। ਇਹ ਫਿਰ ਇਹ ਕੁਝ ਹੋ ਜਾਂਦਾ। ਪੂਰਬ ਜਨਮ ਦੀਏ ਹੋਤੇ, ਇਹ ਜੀਵ ਨੇ ਜਿਹੜੇ ਪੂਰਵ ਜਨਮ ਪਹਿਲੇ ਜਨਮਾਂ ਵਿੱਚ ਦਿੱਤਾ ਹੁੰਦਾ ਆ ਨਾ, ਜੋ ਦਿੱਤੇ ਹੋਏ ਆ ਕਿ ਦੀਏ ਭਾਵ ਦਿੱਤੇ ਹੋਤੇ ਕੀਏ ਹੋਏ, ਦਿੱਤੇ ਹੋਏ ਕਿ ਧਨ ਵਿਦਿਆ ਕਿਸੇ ਨੂੰ ਪੜ੍ਹਾਈ ਹੋਈ, ਗਊ ਆਦਿਕ ਦਾ ਦਾਨ ਜਾਂ ਹੋਰ ਕਈ ਦਾਨ ਦਿੱਤੇ ਆ। ਸੋ ਆਗੇ ਦੌਲਤ ਫਿਰ, ਸੋ ਉਹ ਜਿਹੜਾ ਦਾਨ ਹੀ ਹੈ ਨਾ, ਇਹ ਜਨਮ ਵਿੱਚ ਬੰਦੇ ਦੇ ਅੱਗੇ ਦੌੜ ਕੇ ਤੁਰਿਆ ਫਿਰਦਾ। ਕਰਮ ਕਰਤ ਪਰਮ ਕਲਿਆਣ, ਉਹ ਨੇਕ ਕਰਮੀ ਮਨੁੱਖ ਦੀ ਪਰਮ ਕਲਿਆਣ, ਵੱਡੀ ਕਲਿਆਣ ਭਾਵ ਕੇਵਲ ਮੁਕਤੀ ਰੂਪੀ ਕਲਿਆਣ ਕਰਦਾ। ਭਾਵ ਜੀਵਾਂ ਨੇ ਪਿਛਲੇ ਜਨਮਾਂ ਵਿੱਚ ਸ਼ੁਭ ਅਸ਼ੁਭ ਕਰਮ ਕੀਤੇ ਹੁੰਦੇ ਆ, ਉਹਨਾਂ ਦਾ ਫਲ ਇਸ ਜਨਮ ਵਿੱਚ ਉਹਨੂੰ ਪ੍ਰਾਪਤ ਹੁੰਦਾ। ਤਾਂ ਹੀ ਭਾਈ ਕਹਿੰਦੇ ਪਾਪ ਮਤ ਕਰੋ, ਪੁੰਨ ਕਰੋ, ਜੇ ਕੁਝ ਤੁਸੀਂ ਪਾਉਣਾ ਚਾਹੁੰਦੇ ਹੋ। ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਉਹ ਪਿਛੇ ਕਰਮ ਕੀਤਿਆਂ ਕਰਕੇ ਰੱਬ ਤੋਂ ਵਿਛੜਦੇ ਆ, ਚੰਗੇ ਕਰਮ ਤਾਂ ਹੀ ਕਹਿੰਦੇ ਕਰੋ। ਤੁਸੀਂ ਜਿਹੜਾ ਵਿਛੜੋ ਨਾ, ਇਸ ਕਰਕੇ ਸਤਿਗੁਰੂ ਸਿੱਖਿਆ ਦਿੰਦੇ, ਦੋਹਰਾ ਦੇਣਾ ਲੈਣਾ ਪੁੱਛਣਾ ਪਾਠ ਨਹੀਂ, ਪੁੱਛਣਾ ਪਾਠ ਕਰਨਾ ਮੁੱਖ, ਇਹੀ ਸਹੀ। ਦੇਣਾ ਕਿਸੇ ਨੂੰ ਲੋੜ ਪੈਣ ਤੇ ਕੁਝ ਹੱਥੋਂ ਦੇਣਾ, ਕਿਸੇ ਪਾਸੋਂ ਲੋੜ ਪੈਣ ਦੇ ਕੁਝ ਮਦਦ ਲਈ ਲੈਣਾ। ਪੁੱਛਣਾ ਕਿਸੇ ਵੇਲੇ ਚੰਗੀ ਸਲਾਹ ਲੈਣ ਲਈ ਕਿਸੇ ਕੋ ਪੁੱਛਣਾ। ਕਹਿਣਾ ਗੋ ਪੁੱਛਣਾ ਏ, ਫਿਰ ਕਿਸੇ ਨੂੰ ਜਿਹੜਾ ਵਾ ਉਹਦੇ ਭਲੇ ਲਈ ਲਫ਼ਜ਼ ਚੰਗਾ ਰਸਤਾ ਦੱਸਣ ਲਈ ਕੁਝ ਦੱਸਣਾ, ਕਹਿਣਾ। ਗੋਪ ਆਪਣੇ ਸਮੇਤ ਸਾਰਿਆਂ ਦਾ ਜਿਹੜਾ ਗੁਪਤ ਭੇਦ ਆ ਉਹ ਸਦਾ ਹੀ ਰੱਖਣਾ, ਇਹਦਾ ਪਰਦਾ ਜ਼ਾਹਰ ਨਾ ਕਰਨਾ। ਸੁਣਾਏ ਤੇ ਆਪਣੇ ਦਿਲ ਦੀ ਜਿਹੜੀ ਗੱਲ ਆ ਉਹ ਨਿਝੱਕ ਹੋ ਕੇ ਸੁਣਾਉਣੀ ਆਪ ਤੋਂ ਸਿਆਣੇ ਪੁਰਸ਼ ਨੂੰ। ਹਾਂਜੀ, ਖਟ ਲਖਣ ਇਹ ਪ੍ਰੀਤ ਕੇ, ਇਹ ਜਿਹੜੇ ਤੁਹਾਨੂੰ ਹੁਣੇ ਗੱਲਾਂ ਦਸੀਆਂ 6 ਗੱਲਾਂ ਵਾ ਇਹ। ਦੇਣਾ, ਹਾਂਜੀ, ਮਿੱਤਰ ਨੂੰ ਦੇਣਾ, ਕਿਸੇ ਮਿੱਤਰ ਅਥਵਾ ਕਿਸੇ ਨੂੰ ਵੀ ਦੇਣਾ ਜਾਂ ਕੁਝ ਲੈਣਾ, ਕਿਸੇ ਕੋਲ ਕੁਝ ਪੁੱਛਣਾ, ਫਿਰ ਕਿਸੇ ਨੂੰ ਕਹਿਣਾ, ਲੋੜ ਵੇਲੇ ਨੂੰ ਦੱਸਣਾ, ਗੁਪਤ ਗੱਲ ਦਾ ਭੇਦ ਰੱਖਣਾ, ਤੇ ਆਪਣੀ ਗੱਲ ਜਿਹੜੀ ਸੁਣਾਉਣੀ ਉਹ ਵੀ ਸੁਣਾ ਦੇਣੀ ਨਿਝੱਕ ਹੋ ਕੇ। ਜਾਂ ਐਵੇਂ ਵੀ ਦੇਣਾ, ਆਪਣੇ ਮਿੱਤਰ ਨੂੰ ਲੋੜ ਪੈਣ ਤੇ ਕੁਝ ਪਦਾਰਥ ਦੇ ਦੇਣਾ ਤੇ ਉਸ ਕੋਲੋਂ ਕੁਝ ਲੈ ਲੈਣਾ, ਕੋਈ ਗੁੱਝੀ ਗੱਲ ਪੁੱਛ ਲੈਣੀ। ਹਾਂਜੀ, ਫਿਰ ਕੁਝ ਗੁਪਤ ਕਹਿਣਾ, ਸੁਣਨਾ। ਪਰ ਇੱਦਾਂ 6 ਗੁਣ ਪੂਰੇ ਨਹੀਂ ਹੁੰਦੇ। ਗੁਪਤ ਕਹਿਣਾ ਸੁਣਨਾ ਇਕੱਠਾ ਹੀ ਹੋ ਜਾਂਦਾ। ਸੋ ਜਿਵੇਂ ਆਪਾਂ ਪਹਿਲਾ ਅਰਥ ਕੀਤਾ ਉਹ ਬਿਲਕੁਲ ਸਹੀ। 6 ਦੇ ਵੱਖੋ ਵੱਖਰੇ ਹੀ ਅਰਥ ਜੇ ਲਾ ਲੈਣੇ। ਖਟ ਲਖਣੇ ਪ੍ਰੀਤ ਕੇ, ਹਾਂਜੀ,
ਇਹ ਕਹਿੰਦੇ ਜਿਹੜੇ ਆ ਨਾ 6 ਲੱਛਣ 6 ਚਿੰਨ੍ਹ ਪ੍ਰੀਤ ਕੇ ਪ੍ਰੇਮ ਦੇ ਆ। ਇਹ ਪ੍ਰੇਮ ਦੇ 6 ਲੱਛਣ 6 ਨਿਸ਼ਾਨੀਆਂ। ਭੋਜਨ ਖਾਏ ਖਵਾਏ, ਮਿੱਤਰ ਨੂੰ ਪਹਿਲਾਂ ਭੋਜਨ ਖਵਾਉਣਾ ਜਾਂ ਕਿਸੇ ਨੂੰ ਭੋਜਨ ਖਵਾ ਕੇ ਫਿਰ ਖਾਏ। ਜਿਹੜਾ ਆਪ ਖਾਣਾ ਨਾ, ਇਹ 6 ਨਿਸ਼ਾਨੀਆਂ ਵਾ ਪ੍ਰੇਮ ਦੀਆਂ। ਹਾਂਜੀ 6 ਨਿਸ਼ਾਨੀਆਂ ਦੇਣ। ਇਹ ਜੇ ਭੋਜਨ ਖਵਾਏ ਤੇ ਖਾਏ ਖਵਾਏ, 2 ਤੇ ਇਹ ਹੋ ਜਾਂਦੀਆਂ। ਹਾਂਜੀ ਫਿਰ ਗੁਪਤ ਕਿਸੇ ਦਾ ਕਹਿਣਾ ਸੁਣਨਾ 4 ਤੇ ਪੁੱਛਣਾ 5 ਤੇ ਦੇਣਾ ਲੈਣਾ 6। ਇੱਦਾਂ ਹੀ ਬਣ ਜਾਂਦੀਆਂ। ਖਟ ਲਖਣੇ ਪ੍ਰੀਤ ਕੇ, ਮਿੱਤਰ ਕੋ ਦੇਣਾ ਲੋੜ ਵੇਲੇ ਉਹਨੂੰ ਦੇਣਾ ਤੇ ਕੋ ਲੈਣਾ, ਇੱਕ ਇਹ ਲਾ ਲਓ। ਫਿਰ ਤੇ ਕੋਈ ਗੁੱਝੀ ਗੱਲ ਜਿਹੜੀ ਆ ਜਾਂ ਆਪਣੇ ਭਲੇ ਲਈ ਕੁਝ ਪੁੱਛਣਾ ਤੇ ਇਹ 2 ਨੰਬਰ ਲਾ ਲਓ। ਹਾਂਜੀ ਫਿਰ ਤੀਜੀ ਇਹ ਗੱਲ ਲਾ ਲਓ ਵੀ ਕੁਝ ਮਿੱਤਰ ਨੂੰ ਕੁਝ ਗੁਪਤ ਰਹੱਸ ਵਾਸਤੇ ਕਹਿਣਾ ਤੇ ਉਹਦੀ ਗੱਲ ਨੂੰ ਬੜੇ ਪ੍ਰੇਮ ਨਾਲ ਸੁਣਨਾ। ਇਹ ਕੀ ਲਾ ਲਓ, ਇਹ ਹੋ ਗਏ 4 ਲੱਛਣ। ਕਹਿਣਾ ਸੁਣਨਾ ਗੁਪਤ 1, ਪੁੱਛਣਾ 2, ਦੇਣਾ ਲੈਣਾ, ਦੇਣਾ ਤੇ ਲੈਣਾ ਇਹ 2 ਲਾ ਲਓ, ਇਹ 1 ਹੋ ਗਿਆ। ਹਾਂਜੀ ਦੇਣਾ ਲੈਣਾ 2, ਪੁੱਛਣਾ 3 ਤੇ ਕਹਿਣਾ 4 ਅਤੇ ਗੁਪਤ ਕਹਿਣਾ ਕੁਝ ਤੇ ਸੁਣਨਾ ਉਹਦਾ 6। ਇਹ ਹੋ ਗਏ 5। ਭੋਜਨ ਖਾਏ ਖਵਾਏ ਇਹ 6ਵਾਂ ਹੋ ਗਿਆ। ਬੜੇ ਤਰੀਕਿਆਂ ਨਾਲ ਇਹ 6 ਤੁਸੀਂ ਬਣਾ ਸਕਦੇ ਜੇ, ਦੇਣਾ ਲੈਣਾ ਇਕੱਠਾ ਕਰਕੇ। ਹਾਂਜੀ ਪੁੱਛਣਾ ਜਿਹੜਾ ਵਾ ਉਹਨੂੰ ਕਰ ਲੈਣਾ 2 ਨੰਬਰ। ਫਿਰ ਉਹਨੂੰ ਕੁਝ ਕਹਿਣਾ ਮਿੱਤਰ ਨੂੰ, ਇਹ 3 ਨੰਬਰ। ਤੇ ਗੁਪਤ ਉਹਦਾ ਜਿਹੜਾ ਭੇਦ ਆ ਉਹਦਾ ਸੁਣਾਏ ਕਹੀਏ, ਸੁਣ ਲੈਣਾ। ਹਾਂਜੀ ਇਹ ਹੋ ਗਿਆ 4। ਭੋਜਨ ਖਾਏ ਖਵਾਏ, ਇਹ ਭੋਜਨ ਖਵਾਉਣਾ 5 ਤੇ ਖਾਣਾ ਫਿਰ ਆਪ 6। ਇਹ 6 ਲੱਛਣ ਹੈ। ਖਾਏ ਖਵਾਏ, ਖਵਾ ਕੇ ਖਾਣਾ, ਜਿਹੜਾ ਖਵਾਉਣਾ ਉਹ ਲੱਛਣ ਹੈ ਅਸਲ ਵਿੱਚ। ਤੇ ਇੱਕ ਇਹ ਲਾ ਲਓ, ਸਿੱਧਾ ਲਾ ਲਓ, ਇੱਕ ਹੀ ਬਣਦਾ ਹੈ। ਇੱਕ ਇਹ ਤੇ ਗੁਪਤ ਕੁਝ ਰਹੱਸ ਦੀ ਗੱਲ ਕਹਿਣਾ 2, ਉਹਦੀ ਸੁਣਨਾ 3, ਪੁੱਛਣਾ 4, ਉਹਦੇ ਕੋਲ ਪੁੱਛ ਲੈਣਾ ਜਾਂ ਉਹਦੀ ਕੋਈ ਗੱਲ ਭੇਦ ਵਾਲੀ ਪੁੱਛ ਲੈਣੀ, ਜਿਹੜਾ ਵੀ ਉਹ ਨਾ ਦੱਸਣੀ ਚਾਹੇ ਫਿਰ ਹੀ ਪੁੱਛ ਲੈਣੀ ਪ੍ਰੇਮ ਕਰਕੇ। ਤੇ ਦੇਣਾ ਲੈਣਾ 5 6 ਜਾਣੇ। 6 ਨਿਸ਼ਾਨੀਆਂ ਪ੍ਰੇਮ ਦੀਆਂ ਹਨ। ਭਾਵ ਕਿ ਦੋਸਤੀ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਫਰਕ ਨਾ ਹੋਣਾ, ਹਰੇਕ ਗੱਲ ਵਿੱਚ ਪਾਰਦਰਸ਼ਤਾ ਹੋਣੀ, ਬਰਾਬਰਤਾ ਹੋਣੀ, ਹਰ ਇੱਕ ਕੰਮ ਸਲਾਹ ਮਸ਼ਵਰੇ ਨਾਲ ਕਰਨਾ, ਕਿਸੇ ਗੱਲ ਵਿੱਚ ਕੋਈ ਲੁਕਾ ਨਾ ਹੋਣਾ, ਕਹਿਣ ਸੁਣਨ ਵਿੱਚ ਸੰਕੋਚ ਨਾ ਹੋਣੀ, ਖਾਣ ਪੀਣ ਵਿੱਚ ਕਿਸ ਤਰ੍ਹਾਂ ਦਾ ਭੇਦ ਨਾ ਹੋਣਾ। ਇਹ ਸੱਚੇ ਪਿਆਰ ਦੀਆਂ ਨਿਸ਼ਾਨੀਆਂ। ਸਮਝ ਗਏ ਨਾ। ਅੱਜ ਥੋੜੀ ਜ਼ਿਆਦਾ ਉਲਝਣ ਜੀ ਪਾ ਲਈ ਇੱਥੇ ਸਮਾਪਤੀ ਵੇਲੇ। ਦੇਣਾ ਲੈਣਾ ਪੁੱਛਣਾ ਕਹਿਣਾ ਗੋਪ ਸੁਣਾਏ, ਖਟ ਲਖਣੇ ਪ੍ਰੀਤ ਕੇ ਭੋਜਨ ਖਾਏ ਖਵਾਏ। ਇੱਕ ਤੇ ਯਾਦ ਰੱਖ ਲਓ, ਭੋਜਨ ਜਿਹੜਾ ਖਵਾ ਕੇ ਖਾਣਾ, ਕਿਉਂਕਿ ਆਪਾਂ ਖਵਾਉਣ ਦਾ ਵੱਡੀ ਪ੍ਰੀਤੀ ਤੇ ਖਵਾਉਣ ਦੀ ਹੈ ਨਾ, ਖਾ ਤੇ ਆਪਾਂ ਜਦੋਂ ਮਰਜ਼ੀ ਲੈਣਾ। ਇੱਕ ਇਹ ਲਾ ਲਓ ਲੱਛਣ। ਇੱਕ ਫਿਰ ਜਿਹੜਾ ਵਾ ਇੱਕ ਤੇ ਹੋ ਗਿਆ, ਤੇ ਜਿਹੜਾ ਦੇਣਾ ਲੈਣਾ ਆਪਣੀ ਵਾਸਤੇ ਜੇ ਲੋੜ ਪਵੇ ਆਪਾਂ ਨੂੰ ਕੁਝ ਲੈ ਲੈਣਾ ਤੇ ਉਹਨੂੰ ਵੀ ਦੇ ਦੇਣਾ। ਇਹ 2 ਲੱਛਣ ਆ। ਹਾਂਜੀ ਜਿਹੜਾ ਦੇਣਾ ਨੂੰ ਇਹ ਹੀ ਲੱਛਣ ਆ, 2 ਲੱਛਣ ਆ। ਹਾਂਜੀ ਤੇ ਪੁੱਛਣਾ ਜਿਹੜਾ ਉਹਦੀ ਕੋਈ ਗੁੱਝੀ ਜਿਹੜੀ ਆ ਕੋਈ ਗੱਲ ਤੋਂ ਪੁੱਛ ਲੈਣੀ,
ਜਾਂ ਆਪਣੇ ਵਾਸਤੇ ਭਲੇ ਪੁੱਛ ਲੈਣਾ 3। ਫਿਰ ਉਹਦੀ ਜਿਹੜੀ ਕੋਈ ਗੁਪਤ ਆ ਗੱਲ, ਉਹਦੀ ਜਿਹੜੀ ਪੜਦੇ ਦੀ ਗੱਲ ਆ, ਉਹਦੇ ਬਾਰੇ ਉਹਨੂੰ ਸਮਝਾਉਣ ਲਈ ਕਹਿਣਾ। ਹਾਂਜੀ, ਤੇ ਸੁਣਾਏ, ਤੇ ਆਪਣੀ ਗੱਲ ਨੂੰ ਝੱਕ ਹੋ ਕੇ ਸੁਣਾ ਦੇਣੀ। ਹਾਂਜੀ, ਇਹ ਵੀ ਤੇ ਬੜਾ ਵੱਡਾ ਗੁਣ ਆ ਨਾ, ਗੁਪਤ ਗੱਲ ਵੀ ਉਹਨੂੰ ਸੁਣਾ ਦੇਣੀ। ਇਹ ਤੇ ਨਿਸ਼ਾਨੀ ਪ੍ਰੇਮ ਦੀ ਆ, ਨਹੀਂ ਤਾਂ ਆਪਣੀ ਕੋਈ ਗੱਲ ਕੋਈ ਸੁਣਾਉਂਦਾ ਹੀ ਨਹੀਂ ਆ। ਕੌਣ ਸੁਣਾਉਂਦਾ? ਕੋਈ ਸੁਣਾਉਂਦਾ ਥੋੜ੍ਹੀ ਆਪਣੀ ਗੱਲ। ਜਿਹੜਾ ਕਿਸੇ ਨੂੰ ਦੇਣਾ ਵਾ, ਜਿਹੜਾ ਕਿਸੇ ਕੋਲ ਲੈਣਾ ਵਾ, ਇਹ ਪ੍ਰੇਮ ਦੀਆਂ ਨਿਸ਼ਾਨੀਆਂ ਵਾ। ਜਿਹੜਾ ਕਿਸੇ ਕੋਲ ਪੁੱਛ ਲੈਣਾ ਵਾ, ਹਾਂਜੀ, ਇਹ ਵੀ ਪ੍ਰੇਮ ਦੀ ਨਿਸ਼ਾਨੀ ਆ। ਜਿਹੜਾ ਉਹਨੂੰ ਕੁਝ ਉਹਦੀ ਭਲੇ ਦੀ ਕਹਿਣਾ ਵੀ ਪ੍ਰੇਮ ਨਿਸ਼ਾਨੀਆਂ 4 ਹੋ ਗਈਆਂ। ਦੇਣਾ ਲੈਣਾ 1, ਦੇਣਾ ਲੈਣਾ 2, ਪੁੱਛਣਾ 3, ਕਹਿਣਾ 4 ਅਤੇ ਗੁਪਤ ਗੱਲ ਆਪਣੀ ਸੁਣਾ ਦੇਣੀ ਜਾ ਕੇ। ਇਹ 5 ਭੋਜਨ ਖਾਏ ਖਵਾਏ, ਇਹ 6ਵੀਂ ਨਿਸ਼ਾਨੀ ਆ ਵੀ ਉਹਨੂੰ ਖਵਾ ਕੇ ਖਾਣਾ, ਪ੍ਰੇਮ ਦੀ ਨਿਸ਼ਾਨੀ। 6 ਨਿਸ਼ਾਨੀਆਂ ਪ੍ਰੇਮ ਦੀਆਂ। ਸੋ ਇੱਥੇ ਆਪਾਂ ਜਿਹੜੀ ਆ ਸਮਾਪਤੀ ਕਰੀਏ। ਸੌਖਾ ਹੀ ਜਿਹੜਾ ਅਖੀਰ ਤੇ ਦੱਸਿਆ ਸੌਖਾ ਸਮਝਣ ਲਈ ਆ, ਕਿਉਂਕਿ ਜੇ ਆਪਾਂ ਨਾ ਦੱਸਾਂ ਕੇਵਲ 6 ਨਿਸ਼ਾਨੀਆਂ ਲੈਣੀਆਂ 'ਚ ਮੁਸ਼ਕਲ ਹੋ ਜਾਂਦੀਆਂ। ਸੋ ਇੱਥੇ ਆਪਾਂ ਜਿਹੜੀ ਅੱਜ 11ਵੇਂ ਅਧਿਆਇ ਦੀ ਸਮਾਪਤੀ ਹੈ। ਤੇ ਸ੍ਰੀ ਚਾਣਕੇ ਰਾਜਨੀਤ ਗ੍ਰੰਥ ਨਾਮ ਇਕਾਦਸਮੋ ਅਧਿਆਇ ਸਮਾਪਤੰ। ਇੱਥੇ ਸਰੋਬਾਣੀ ਚਾਣਕੇ ਰਾਜਨੀਤੀ ਨਾਮੇ ਗ੍ਰੰਥ ਦਾ 11ਵਾਂ ਅਧਿਆਇ ਸਮਾਪਤ ਹੋਇਆ ਹੈ। ਸਮਾਪਤ ਹੈ ਜੀ, ਸਮਾਪਤ ਹੈ। ਦੋਹਰਾ ਦੇਣਾ ਲੈਣਾ, ਪੁੱਛਣਾ ਕਹਿਣਾ, ਉਹ ਪੁੱਛਣਾਏ। ਖੜ ਲਖਣੇ ਪ੍ਰੀਤ ਕੇ ਭੋਜਨ ਖਾਏ ਖਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।